35 ਸਾਲ ਦੀ ਉਮਰ ਤੋਂ ਬਾਅਦ ਮਾਂ ਬਣਨ ਦੇ ਵਿੱਚ ਕੀ ਮੁਸ਼ਕਿਲਾਂ ਆਉਂਦੀਆਂ ਨੇ। ਆਪਾਂ ਇਸ ਵਿਸ਼ੇ ਬਾਰੇ ਕਿਉਂ ਕਰ ਰਹੇ ਹਾਂ ਗੱਲ, ਕਿਉਂਕਿ ਅੱਜ ਕੱਲ੍ਹ ਦੇਖਿਆ ਗਿਆ ਹੈ ਕਿ ਮੈਰਿਜਸ ਇੰਨੀਆਂ ਲੇਟ ਹੁੰਦੀਆਂ ਨੇ ਅਤੇ ਪ੍ਰੈਗਨੈਂਸੀਜ਼ ਉਸ ਤੋਂ ਵੀ ਬਾਅਦ ਲੇਟ ਪਲਾਨ ਕੀਤੀਆਂ ਜਾਂਦੀਆਂ ਨੇ। ਸੋ ਕੀ ਇਹ ਗੱਲ ਠੀਕ ਹੈ ਵੀ ਜਾਂ ਨਹੀਂ। ਮੈਂ ਹਾਂ ਡਾਕਟਰ ਸ਼ਿਵਾਨੀ ਗਰਗ। 35 ਸਾਲ ਦੀ ਉਮਰ ਤੋਂ ਬਾਅਦ ਮਾਂ ਬਣਨ ਵਿੱਚ ਕੀ ਪ੍ਰੋਬਲਮਸ ਆਉਂਦੀਆਂ ਨੇ, ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। 35 ਸਾਲ ਦੀ ਉਮਰ ਤੋਂ ਬਾਅਦ ਪ੍ਰੈਗਨੈਂਸੀ ਲੈਣੀ ਔਖੀ ਹੁੰਦੀ ਹੈ, ਯਾਨੀ ਕਿ ਬਾਂਝਪਨ ਜਾਂ ਇਨਫਰਟਿਲਿਟੀ ਜੋ ਹੈ ਉਹ ਵੱਧਦੀ ਜਾਂਦੀ ਹੈ। ਸੋ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਟਾਈਮ ਦੇ ਨਾਲ ਜਿਹੜਾ ਫੀਮੇਲ ਹਾਰਮੋਨਸ ਹੁੰਦੇ ਨੇ, ਔਰਤਾਂ ਦੇ ਜਿਹੜੇ ਹਾਰਮੋਨਸ ਨੇ ਉਹ ਘਟਦੇ ਜਾਂਦੇ ਨੇ, ਅਤੇ ਇਹ ਹਾਰਮੋਨਸ ਜੋ ਘਟਦੇ ਨੇ ਉਸ ਕਰਕੇ ਪ੍ਰੈਗਨੈਂਸੀ ਦਾ ਜੋ ਫਰਟੀਲਿਟੀ ਪੋਟੈਂਸ਼ੀਅਲ ਹੈ ਇੱਕ ਔਰਤ ਦਾ, ਉਹ ਹਰ ਸਾਲ ਘਟਦਾ ਜਾਂਦਾ ਹੈ, ਜਿਸ ਕਰਕੇ ਇਨਫਰਟਿਲਿਟੀ ਯਾਨੀ ਕਿ ਬਾਂਝਪਨ ਜੋ ਹੈ ਉਹ ਵੱਧਦਾ ਜਾਂਦਾ ਹੈ। ਤੇ ਇਸ ਕਰਕੇ ਜੋ ਬਾਂਝਪਨ ਵਧਣ ਦਾ ਰਿਸਕ ਜੋ ਹੈ ਉਹ ਵਧਣ ਕਰਕੇ ਹੋ ਸਕਦਾ ਹੈ ਕਿ ਆਪਾਂ ਨੂੰ ਛੇਤੀ IVF ਵੱਲ ਜਾਣਾ ਪਵੇ। ਤੇ IVF ਵੱਲ ਜਾਣ ਕਰਕੇ ਕੋਈ ਵੀ ਕਪਲ ਜੋ ਹੈ ਇੱਕਦਮ ਜਦੋਂ ਵੀ ਉਹਨੂੰ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ IVF ਵੱਲ ਜਾਣਾ ਪਏਗਾ, ਉਹ ਥੋੜ੍ਹਾ ਜਿਹਾ ਐਂਗਜ਼ਾਈਟੀ, ਉਹ ਸਟ੍ਰੈਸ ਉਹ ਆ ਜਾਂਦਾ ਹੈ। ਤੇ ਇਸ ਨਾਲ ਡੈਫੀਨੇਟਲੀ ਟਾਈਮ ਜੋ ਹੈ ਪ੍ਰੈਗਨੈਂਸੀ ਲੈਣ ਵਿੱਚ ਉਹ ਜ਼ਿਆਦਾ ਹੁੰਦਾ ਹੈ, ਪਰ ਜੋ ਆਪਣੇ ਕੋਲ ਟਾਈਮ ਹੈ ਉਹ ਘੱਟ ਹੈ। ਇਹ ਇਸ ਕਰਕੇ ਹੈ ਕਿਉਂਕਿ ਅੱਜ ਕੱਲ੍ਹ ਦੇਖਿਆ ਗਿਆ ਹੈ ਕਿ ਟਾਈਮ ਤੋਂ ਪਹਿਲਾਂ ਹੀ ਮੀਨੋਪੌਜ਼ ਅੱਜ ਕੱਲ੍ਹ ਆ ਰਿਹਾ ਹੈ, ਜਿਵੇਂ ਕਿ 40 ਸਾਲ ਦੀ ਉਮਰ 'ਤੇ ਜਾਂ 45 ਈਅਰਸ ਦੀ ਉਮਰ 'ਤੇ ਉਹ ਜੋ ਮੀਨੋਪੌਜ਼ ਹੈ ਉਹ ਪਹਿਲਾਂ ਨਾਲੋਂ ਛੇਤੀ ਆਉਂਦਾ ਹੈ। ਇਸ ਕਰਕੇ ਟਾਈਮ ਘੱਟ ਹੈ ਅਤੇ ਟਾਈਮ ਜੋ ਪ੍ਰੈਗਨੈਂਸੀ ਲੈਣ ਨੂੰ ਲੱਗਦਾ ਹੈ ਉਹ ਜ਼ਿਆਦਾ ਹੋ ਜਾਂਦਾ ਹੈ 35 ਸਾਲ ਤੋਂ ਬਾਅਦ। ਇਹ ਸਾਰੇ ਰੀਜ਼ਨਸ ਕਰਕੇ ਜੋ ਕਪਲਸ ਨੇ ਇਸ ਟਾਈਮ 'ਤੇ ਆ ਕੇ ਕਾਫੀ ਪ੍ਰੋਬਲਮਸ ਫੇਸ ਕਰਦੇ ਨੇ ਇੱਕ ਪ੍ਰੈਗਨੈਂਸੀ ਨੂੰ ਆਸਾਨੀ ਨਾਲ ਲੈਣ ਨਾਲ। ਜੇ ਆਪਾਂ ਕੰਪੇਅਰ ਕਰੀਏ, ਜੇ 35 ਸਾਲ ਤੋਂ ਪਹਿਲਾਂ ਪ੍ਰੈਗਨੈਂਸੀਜ਼ ਹੋਣ, ਉਹ ਇੱਕ ਤਾਂ ਹੁੰਦੀਆਂ ਵੀ ਆਪਣੇ ਆਪ ਹੈ, ਜਿਹਨੂੰ ਕਿ ਸਪੌਂਟੇਨੀਅਸ ਪ੍ਰੈਗਨੈਂਸੀ ਕਹਿੰਦੇ ਨੇ, ਅਤੇ ਜਿਸ ਕਰਕੇ ਇਨਫਰਟਿਲਿਟੀ ਯਾਨੀ ਕਿ ਬਾਂਝਪਨ ਦੇ ਜੋ ਪ੍ਰੋਬਲਮ ਹੈ ਉਹ ਇੰਨੀ ਜ਼ਿਆਦਾ ਨਹੀਂ ਦੇਖੀ ਗਈ। ਅਤੇ ਜੇ ਮੰਨ ਲਓ ਪ੍ਰੈਗਨੈਂਸੀ ਨਹੀਂ ਵੀ ਹੁੰਦੀ ਜਾਂ ਫਿਰ ਬਾਂਝਪਨ ਹੋ ਵੀ ਜਾਂਦਾ ਹੈ 35 ਸਾਲ ਤੋਂ ਪਹਿਲਾਂ, ਤਾਂ ਐਟਲੀਸਟ ਆਪਣੇ ਕੋਲ ਕੁਝ ਟਾਈਮ ਹੈ ਕਿ ਆਪਾਂ ਕੁਝ ਨਾ ਕੁਝ ਸਿੰਪਲ ਮੈਥਡਸ ਯੂਜ਼ ਕਰ ਸਕੀਏ ਜਿਹਦੇ ਨਾਲ ਪ੍ਰੈਗਨੈਂਸੀ ਆਰਾਮ ਨਾਲ ਅਚੀਵ ਕੀਤੀ ਜਾ ਸਕਦੀ ਹੈ ਅਤੇ IVF ਵੱਲ ਅਸੀਂ ਥੋੜ੍ਹਾ ਜਿਹਾ ਆਰਾਮ ਨਾਲ ਜਾ ਸਕਦੇ ਹਾਂ। ਅਤੇ ਜੇ ਮੰਨ ਲਓ ਕਿ IVF ਵੱਲ ਆਪਾਂ ਨੂੰ ਜਾਣਾ ਵੀ ਪੈਂਦਾ ਹੈ, ਸੋ ਉਹ ਆਰਾਮ ਨਾਲ ਟਾਈਮ ਸਿਰ ਕੀਤਾ ਜਾ ਸਕਦਾ ਹੈ। ਜੇ 35 ਸਾਲ ਦੀ ਉਮਰ ਤੋਂ ਬਾਅਦ ਪ੍ਰੈਗਨੈਂਸੀ ਹੋ ਵੀ ਜਾਂਦੀ ਹੈ ਤਾਂ ਉਹ ਇੱਕ ਹਾਈ ਰਿਸਕ ਪ੍ਰੈਗਨੈਂਸੀ ਬਣ ਜਾਂਦੀ ਹੈ। ਜੇ ਉਹ 35 ਸਾਲ ਤੋਂ ਪਹਿਲਾਂ ਹੋਵੇ ਤਾਂ ਉਹ ਪ੍ਰੈਗਨੈਂਸੀ ਇੰਨੀ ਹਾਈ ਰਿਸਕ ਨਹੀਂ ਬਣਦੀ। ਉਹ ਕਿਉਂ ਹੈ? ਜੋ 35 ਸਾਲ ਦੀ ਉਮਰ ਤੋਂ ਬਾਅਦ ਰਿਸਕ ਜਿਹੜਾ ਹੈ BP ਵਧਣ ਦਾ, ਜਿਹਨੂੰ ਕਿ ਹਾਈਪਰਟੈਂਸ਼ਨ ਕਹਿੰਦੇ ਹੈ, ਉਹ ਪ੍ਰੈਗਨੈਂਸੀ ਦੇ ਵਿੱਚ ਵੱਧਦਾ ਜਾਂਦਾ ਹੈ। ਇਹ BP ਜੋ ਵੱਧਦਾ ਹੈ ਉਹ ਮਦਰ 'ਤੇ ਯਾਨੀ ਕਿ ਮਾਂ 'ਤੇ ਵੀ ਅਸਰ ਪਾਉਂਦਾ ਹੈ ਅਤੇ ਬੱਚੇ 'ਤੇ ਵੀ ਅਸਰ ਪਾਉਂਦਾ ਹੈ। ਬੱਚੇ ਜੋ ਹੈ ਉਹ ਹੋ ਸਕਦਾ ਹੈ ਉਹਦਾ ਆਸ-ਪਾਸ ਪਾਣੀ ਘੱਟ ਜੇ, ਜਾਂ ਬੱਚੇ ਦਾ ਵੇਟ ਜੋ ਹੈ ਉਹ ਘਟਣਾ ਸ਼ੁਰੂ ਹੋ ਜੇ ਮਾਂ ਦੇ ਗਰਭ ਦੇ ਅੰਦਰ। ਸੋ ਸੈਕਿੰਡ ਰੀਜ਼ਨ ਜੋ ਰਹਿੰਦਾ ਹੈ ਜਿਹਦੇ ਕਰਕੇ ਪ੍ਰੈਗਨੈਂਸੀ ਹਾਈ ਰਿਸਕ ਬਣ ਜਾਂਦੀ ਹੈ, ਉਹ ਇਹ ਹੈ ਕਿ ਮਾਂ ਦੀਆਂ ਸ਼ੂਗਰਸ ਵੱਧ ਜਾਂਦੀਆਂ ਨੇ, ਜਿਹਨੂੰ ਕਿ ਡਾਇਬਟੀਜ਼ ਕਹਿੰਦੇ ਹੈ। ਡਾਇਬਟੀਜ਼ ਜੇ ਮਾਂ ਨੂੰ ਹੁੰਦੀ ਹੈ ਤਾਂ ਉਸ ਕਰਕੇ ਬੱਚੇ ਦੇ ਉੱਤੇ ਅਸਰ ਵਿੱਚ, ਬੱਚੇ ਦੇ ਵਿੱਚ ਬਣਾਵਟੀ ਪ੍ਰੋਬਲਮਸ ਦਾ ਆਉਣ ਦਾ ਰਿਸਕ ਵੱਧ ਜਾਂਦਾ ਹੈ। ਕਈ ਵਾਰੀ ਦੇਖਿਆ ਗਿਆ ਹੈ ਕਿ ਬੱਚੇ ਓਵਰਵੇਟ ਹੋ ਜਾਂਦੇ ਹੈ, ਅਤੇ ਜਿਹੜੀ ਮਾਂ ਜਦੋਂ ਗਰਭ ਦੇ ਵਿੱਚ ਜੇ ਉਹਨੂੰ ਸ਼ੂਗਰਸ ਵੱਧ ਜਾਂਦੀਆਂ ਨੇ ਅਤੇ ਅੱਗੇ ਜਾ ਕੇ ਬੱਚੇ ਦਾ ਲਾਈਫ ਦੇ ਵਿੱਚ ਸ਼ੂਗਰ ਹੋਣ ਦਾ ਰਿਸਕ ਉਹ ਵੀ ਵੱਧਦਾ ਜਾਂਦਾ ਹੈ। ਤੀਸਰੀ ਕਾਰਨ ਜੋ ਇਸ ਪ੍ਰੈਗਨੈਂਸੀ ਨੂੰ ਹਾਈ ਰਿਸਕ ਬਣਾਉਂਦੀ ਹੈ ਉਹ ਇਹ ਹੈ ਕਿ 35 ਸਾਲ ਤੋਂ ਬਾਅਦ ਕਈ ਵਾਰੀ ਦੇਖਿਆ ਗਿਆ ਹੈ ਕਿ ਕਈ ਕ੍ਰੋਮੋਜ਼ੋਮਲ ਪ੍ਰੋਬਲਮਸ ਹੁੰਦੀਆਂ ਨੇ, ਜੈਨੇਟਿਕ ਪ੍ਰੋਬਲਮਸ ਹੁੰਦੀਆਂ ਨੇ, ਜਿਵੇਂ ਕਿ ਡਾਊਨ ਸਿੰਡਰੋਮ ਹੋ ਗਿਆ, ਇੱਕ ਬਹੁਤ ਹੀ ਕਾਮਨ ਜੈਨੇਟਿਕ ਪ੍ਰੋਬਲਮ ਹੈ। ਉਹ 35 ਈਅਰਸ ਯਾਨੀ ਕਿ 35 ਸਾਲ ਤੋਂ ਬਾਅਦ ਉਹਦਾ ਰਿਸਕ ਬੱਚੇ ਵਿੱਚ ਹੋਣ ਦਾ ਵੱਧਦਾ ਜਾਂਦਾ ਹੈ। ਇਹ ਰਿਸਕ ਜੇ 40 ਸਾਲ ਦੀ ਮਦਰ ਹੋਵੇ ਤਾਂ ਇਹ ਰਿਸਕ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਸੋ ਡਾਊਨ ਸਿੰਡਰੋਮ ਇੱਕ ਇਹੋ ਜਿਹੀ ਚੀਜ਼ ਹੈ ਜਿਸ ਵਿੱਚ ਬੱਚੇ ਦੀ ਦਿਮਾਗੀ ਰੂਪ ਤੋਂ ਥੋੜ੍ਹਾ ਕਮਜ਼ੋਰ ਹੁੰਦਾ ਹੈ, ਅਤੇ ਇਹਦੇ ਨਾਲ ਨਾਲ ਉਹਦੇ ਬੋਡੀ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ। ਅਤੇ ਅਸੀਂ ਇਹ ਸਲਾਹ ਨਾਰਮਲੀ ਨਹੀਂ ਦਿੰਦੇ ਕਿ ਡਾਊਨ ਸਿੰਡਰੋਮ ਜੇ ਬੱਚੇ ਨੂੰ ਹੋਵੇ ਤਾਂ ਤੁਸੀਂ ਪ੍ਰੈਗਨੈਂਸੀ ਕੰਟੀਨਿਊ ਨਹੀਂ ਕਰਨੀ ਚਾਹੀਦੀ, ਕਿਉਂਕਿ ਅੱਗੇ ਜਾ ਕੇ ਬੱਚੇ ਦੀ ਲਾਈਫ ਜਿਹੜੀ ਹੈ ਉਹ ਠੀਕ ਨਹੀਂ ਰਹਿੰਦੀ। ਸੋ ਬਾਕੀ ਜਿਹੜਾ ਕਾਰਨ ਵੱਧ ਜਾਂਦਾ ਹੈ ਜੋ ਪ੍ਰੈਗਨੈਂਸੀ ਨੂੰ ਹਾਈ ਰਿਸਕ ਬਣਾਉਂਦਾ ਹੈ, ਉਹ ਇਹ ਹੈ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ 35 ਸਾਲ ਤੋਂ ਬਾਅਦ IVF ਹੋਣ ਦਾ ਰਿਸਕ ਵੱਧਦਾ ਹੈ। IVF ਦੇ ਨਾਲ ਨਾਲ ਮਲਟੀਪਲ ਪ੍ਰੈਗਨੈਂਸੀਜ਼ ਯਾਨੀ ਕਿ ਟਵਿਨ ਪ੍ਰੈਗਨੈਂਸੀ ਜਾਂ ਫਿਰ ਟ੍ਰਿਪਲੇਟ ਪ੍ਰੈਗਨੈਂਸੀ ਜੋ ਹੈ ਉਹ ਜ਼ਿਆਦਾ ਚਾਂਸਸ ਵੱਧ ਜਾਂਦੇ ਨੇ ਹੋਣ ਦੇ। ਜੇ ਉਹ ਟਵਿਨ ਪ੍ਰੈਗਨੈਂਸੀ ਜਾਂ ਟ੍ਰਿਪਲੇਟ ਪ੍ਰੈਗਨੈਂਸੀ ਉਹ ਆਪ ਹੀ ਇੱਕ ਵੱਡੀ ਹਾਈ ਰਿਸਕ ਪ੍ਰੈਗਨੈਂਸੀ ਹੈ, ਮਦਰ ਲਈ ਵੀ ਅਤੇ ਬੱਚਿਆਂ ਲਈ ਵੀ। ਅਤੇ ਇਹਦੇ ਨਾਲ ਹੋ ਸਕਦਾ ਹੈ ਕਿ ਚਾਂਸਸ ਜਿਹੜੇ ਸਜ਼ੇਰੀਅਨ ਦੇ ਹੋਣ ਉਹ ਨੋਰਮਲ ਡਿਲੀਵਰੀ ਤੋਂ ਕਈ ਜ਼ਿਆਦਾ ਵੱਧ ਜਾਂਦੇ ਹੈ ਜਦੋਂ ਕਿ ਮਲਟੀਪਲ ਪ੍ਰੈਗਨੈਂਸੀਜ਼ ਹੋਣ ਤਾਂ।
ਸੋ ਇਸ ਕਰਕੇ 35 ਸਾਲ ਦੀ ਉਮਰ ਤੋਂ ਬਾਅਦ ਡੈਫੀਨੇਟਲੀ ਜੋ ਪ੍ਰੈਗਨੈਂਸੀ ਹੈ ਸਾਨੂੰ ਸੋਚ ਕੇ ਹਰ ਸਟੈਪ ਤੇ ਮਦਰ ਨੂੰ ਤੇ ਬੱਚੇ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਪੈਂਦਾ ਹੈ ਤਾਂ ਜੋ ਇਹ ਪ੍ਰੈਗਨੈਂਸੀ ਅਸੀਂ ਆਰਾਮ ਨਾਲ ਅੱਗੇ ਤੱਕ ਲੈ ਕੇ ਜਾ ਸਕੀਏ। ਸੋ ਅਸੀਂ ਇਹ ਨਹੀਂ ਕਹਿ ਰਹੇ ਕਿ 35 ਸਾਲ ਤੋਂ ਬਾਅਦ ਤੁਸੀਂ ਪ੍ਰੈਗਨੈਂਸੀ ਕਰਨੀ ਹੀ ਨਹੀਂ, ਪਰ ਜੇ ਪੋਸੀਬਲ ਹੈ ਤਾਂ 35 ਸਾਲ ਤੋਂ ਪਹਿਲਾਂ ਹੀ ਪ੍ਰੈਗਨੈਂਸੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਪ੍ਰੈਗਨੈਂਸੀ ਇੰਨੀ ਹਾਈ ਰਿਸਕ ਨਾ ਹੋਵੇ ਤੇ ਤੁਹਾਨੂੰ ਇਨਫਰਟੀਲਿਟੀ ਤੋਂ ਨਾ ਗੁਜ਼ਰਨਾ ਪਵੇ।